ਗੁਰੂ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਵਰ ਵਰਣ ਜਾਤ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹੇ ਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤਿਰਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਤਰਣ ਕਹਿਤ ਤੋਹਿ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਾਮੀ ਕ੍ਰੋਧੀ ਚਾਤਰੀ ਵਾਜੀ ਘਰ ਵੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਨਾਮ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀ ਸਾਲੋਕ ਮਹੱਲਾ ਪਹਿਲਾ
ਸਵਾਹੀ ਸਾਲਾਹਾ ਜਿਨੀ ਧਿਆਇਆ ਇਕ ਮਨ ਸਈ ਪੂਰੇ ਸਾਹ ਬਖਤੈ ਉੱਪਰ ਲੜ ਮਰੇ ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡਿਆ ਬਹੁਤ ਪਏ ਅਸਗਾਹ ਗੋਤੇ ਖਾਏ ਨਾ ਨਿਕਲੈ ਹੈ ਤੀਜੈ ਮੋਈ ਗਿਰਾ ਭੁੱਖ ਤਿੱਖਾ ਦੋਏ ਭੌਂਕੀਆ ਖਾਦਾ ਹੋਏ ਸੁਆਹਾ ਪੀ ਖਾਣੇ ਸਿਉ ਦੋਸਤੀ ਚੌਥੈ ਆਈ ਊਂਗ ਅੱਖੀਂ ਮੀਟ ਪਵਾਰ ਗਿਆ ਪੀ ਉਠ ਰਚਿਓਨ ਬਾਦ ਸੈ ਬਰਿਆ ਕੀ ਪਿੜ ਬੱਧੀ ਸਾਵੇ ਵੇਲਾ ਵਖਤ ਸਭ ਜੇ ਅੱਠੀ ਭਾਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਸਵਾਹੀ ਸਾਲਾਹਾ ਜਿਨੀ ਧਿਆਇਆ ਇਕ ਮਨ ਸਈ ਪੂਰੇ ਸਾਹਾ ਬਖਤੈ ਉੱਪਰ ਲੜ ਮੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ ਚੌਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬੱਤ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਅੰਮ੍ਰਿਤ ਵੇਲੇ ਦੇ ਨਿਤਨੇਮ ਸ਼ਰਾਵਣ ਕੀਤੇ। ਗੁਰੂ ਕੇ ਕੀਰਤਨੀਆਂ ਪਾਸੋਂ ਆਸਾਵਾਂ ਨੂੰ ਪੂਰੀਆਂ ਕਰਨ ਵਾਲੀ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਰਾਵਣ ਕੀਤਾ। ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਜੀ ਨੇ ਸਮੇਂ ਦੀ ਬਖਸ਼ਿਸ਼ ਕੀਤੀ। ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਆਓ ਆਪਾਂ ਲੜੀਵਾਰ ਕਥਾ ਦੀ ਸਾਂਝ ਪਾਈਏ। ਕਥਾ ਦੀ ਸਾਂਝ ਪਾਉਣ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਰਲ ਕੇ ਬੋਲੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਸਾਲੋਕ ਮਹੱਲਾ ਪਹਿਲਾ। ਸਵਾਹੀ ਸਾਲਾਹਾ ਜਿਨੀ ਧਿਆਇਆ ਇਕ ਮਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਰਠ ਕਰਕੇ ਆਪਣੀ ਲੜੀਵਾਰ ਪਵਿੱਤਰ ਕਥਾ ਦੇ ਵਿੱਚੋਂ ਬਖਸ਼ਿਸ਼ਾਂ ਕਰਦਿਆਂ ਹੋਇਆਂ ਫਰਮਾਨ ਕਰਦੇ ਹਨ। ਪਾਤਸ਼ਾਹ ਜੀ ਦੀ ਪਵਿੱਤਰ ਲੜੀਵਾਰ ਕਥਾ
ਮਹਾਰਾਜ ਜੀ ਦੇ ਪਵਿੱਤਰ ਅੰਗ 145-46 ਦੇ ਉੱਪਰ ਪਹੁੰਚੀ ਹੈ। ਪਾਤਸ਼ਾਹ ਜੀ ਦੇ ਰਾਗ ਮਾਝ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਦੂਜਾ ਰਾਗ ਹੈ, ਇਸ ਰਾਗ ਦੀ ਜੋ ਵਾਰ ਹੈ ਮਾਝ ਦੀ, ਉਸ ਦੇ 17ਵੇਂ ਸ਼ਲੋਕ ਦੀ ਆਪਾਂ ਕਥਾ ਸ਼੍ਰਵਣ ਕਰਨੀ ਹੈ। ਮਹਾਰਾਜ ਜੀ ਇਸ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਹਨ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਰਤਾਰਪੁਰ ਵਸਾ ਕਰਕੇ ਕਰਤਾਰਪੁਰ ਦੇ ਵਿੱਚ ਸੁੰਦਰ ਧਰਮਸਾਲ ਬਣਾਈ। ਹਜ਼ਾਰਾਂ ਹੀ ਸਿੱਖ ਸੰਗਤਾਂ ਦਾ ਉੱਥੇ ਇਕੱਠ ਹੁੰਦਾ। ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ, ਬਹੁਤ ਸਾਰੀਆਂ ਸੰਗਤਾਂ ਉਪਦੇਸ਼ ਲੈ ਕਰਕੇ ਜਾ ਰਹੀਆਂ ਨੇ। ਬਹੁਤ ਸਾਰੀਆਂ ਸੰਗਤਾਂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਉਹਨਾਂ ਦਾ ਉਪਦੇਸ਼, ਉਹਨਾਂ ਦੀ ਸੇਵਾ ਕਮਾ ਰਹੀਆਂ ਹਨ। ਪਾਤਸ਼ਾਹ ਜੀ ਦੇ ਇਹ ਸੰਗਤਾਂ ਦੇ ਵਿੱਚੋਂ 4 ਜਗਿਆਸੂ ਆਏ। ਉਹਨਾਂ ਦੀ ਅਵਸਥਾ ਦੇ ਅਨੁਸਾਰ ਮਹਾਰਾਜ ਜੀ ਨੇ ਚਾਰਾਂ ਨੂੰ ਵੱਖਰਾ ਵੱਖਰਾ ਉਪਦੇਸ਼ ਦਿੱਤਾ, ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੇ ਕੋਲ ਹਰ ਰੋਜ਼ ਮੱਥਾ ਟੇਕਣ ਆਉਂਦੇ ਹਾਂ। ਆਪਣੀਆਂ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਅਵਸਥਾਵਾਂ ਨੇ, ਅਵਸਥਾ ਹੈ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਹਨ। ਤੇ ਸਾਡੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਜਿਹੜੀਆਂ ਮਨੋਕਾਮਨਾਵਾਂ ਨੇ, ਮੰਗਾਂ ਹਨ, ਉਹ ਵੀ ਵੱਖਰੀਆਂ ਵੱਖਰੀਆਂ ਹਨ। ਕੋਈ ਪਾਤਸ਼ਾਹ ਜੀ ਤੋਂ ਇੱਥੇ ਆ ਕਰਕੇ ਗੁਰਸਿੱਖੀ ਮੰਗਦਾ ਵੀ ਮਹਾਰਾਜ ਮੈਨੂੰ ਗੁਰਸਿੱਖੀ ਦੇਈ, ਮੇਰੇ ਬੱਚਿਆਂ ਨੂੰ ਗੁਰਸਿੱਖੀ ਦੇਈ। ਕੋਈ ਪਾਤਸ਼ਾਹ ਜੀ ਤੋਂ ਮੰਗ ਕਰਦਾ ਵੀ ਮੈਨੂੰ ਚੜ੍ਹਦੀਆਂ ਕਲਾਂ, ਮੇਰੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ। ਕੋਈ ਮਾਇਆ ਦੀ ਮੰਗ ਕਰਦਾ, ਕੋਈ ਕੋਠੀ ਗੱਡੀਆਂ ਦੀ ਮੰਗ ਕਰਦਾ। ਵੱਖਰੀਆਂ ਵੱਖਰੀਆਂ ਮੰਗਾਂ ਨੇ। ਇਸ ਤਰ੍ਹਾਂ ਉਹ ਗੁਰਸਿੱਖ ਆਏ, ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ। ਪਾਤਸ਼ਾਹ ਜੀ ਨੇ ਉਹਨਾਂ ਗੁਰਸਿੱਖਾਂ ਨੂੰ 4 ਉਪਦੇਸ਼, ਚਾਰਾਂ ਨੂੰ ਵੱਖਰਾ ਵੱਖਰਾ ਉਪਦੇਸ਼ ਦਿੱਤਾ। ਜਿਵੇਂ ਕਿ ਪੁਰਾਣ ਕਥਾ ਦੇ ਵਿੱਚ ਐਸਾ ਹੁੰਦਾ ਹੈ ਕਿ ਬ੍ਰਹਮਾ ਜੀ ਪਾਸ ਉਪਦੇਸ਼ ਲੈਣ ਲਈ 3 ਵਿਅਕਤੀ, ਬਿਲੋਚਨ ਬਲ ਰਾਜੇ ਦਾ ਪਿਤਾ, ਇੰਦਰ ਦੇਵਤਾ ਸਵਰਗ ਦਾ ਰਾਜਾ, ਮਾਧਾਤਾ ਮਾਤ ਲੋਕ ਦਾ ਧਰਮੀ ਰਾਜਾ, ਇਹਨਾਂ ਤਿੰਨਾਂ ਨੂੰ ਇੱਕੋ ਦੱਦੇ ਅੱਖਰ ਦਾ ਉਪਦੇਸ਼ ਦਿੱਤਾ। ਉਪਦੇਸ਼ ਦੇਣ ਲਈ ਅੱਖਰ ਦੱਦਾ ਹੀ ਵਰਤਿਆ। ਬਿਲੋਚਨ ਨੂੰ ਕਿਹਾ ਕਿ ਤੂੰ ਜੀਵਾਂ ਉੱਤੇ ਦੱਦਾ ਦਇਆ ਕਰਿਆ ਕਰ। ਇੰਦਰ ਨੂੰ ਕਿਹਾ ਕਿ ਤੂੰ ਦੱਦਾ। ਦੇਵਤੇ ਨੂੰ ਕਿਹਾ ਤੇਰੀਆਂ ਇੰਦਰੀਆਂ ਵਸ ਵਿੱਚ ਨਹੀਂ ਹਨ, ਤੂੰ ਆਪਣੀਆਂ ਇੰਦਰੀਆਂ ਦਾ ਦੱਦਾ ਦਮਨ ਕਰਿਆ ਕਰ। ਮਾਧਾਤਾ ਨੂੰ ਕਿਹਾ ਕਿ ਤੂੰ ਦੱਦਾ ਦਾਨ ਕਰਿਆ ਕਰ, ਕਿਉਂਕਿ ਤੂੰ ਸੰਸਾਰੀ ਰਾਜਾ ਹੈ। ਇਸ ਤਰ੍ਹਾਂ ਇੱਕ ਦੱਦੇ ਅੱਖਰ ਦੁਆਰਾ ਤਿੰਨਾਂ ਨੂੰ ਉਪਦੇਸ਼ ਦਿੱਤਾ। ਉਸੇ ਤਰ੍ਹਾਂ ਇੱਥੇ ਗੁਰੂ ਸਾਹਿਬ ਜੀ ਨੇ ਇੱਕੋ ਉਪਦੇਸ਼ ਦੁਆਰਾ 4 ਵਿਅਕਤੀਆਂ ਨੂੰ ਉਪਦੇਸ਼ ਬਖਸ਼ਿਸ਼ ਕਰਿਆ। ਜਗਿਆਸੂਆਂ ਨੇ ਪ੍ਰਸ਼ਨ ਕੀਤਾ, ਪਹਿਲਾਂ 4 ਪਹਿਰਾਂ ਵਿੱਚੋਂ ਕਿਹੜੇ ਭਜਨ ਦੇ ਲਾਇਕ ਹਨ? ਪਹਿਰ ਕਿਹੜੇ ਪਹਿਰ ਦੇ ਵਿੱਚ ਕਿਹੜਾ ਭਜਨ ਕਰਨਾ ਚਾਹੀਦਾ ਹੈ? ਮਹਾਰਾਜ ਜੀ ਨੇ ਉਹਨਾਂ ਨੂੰ ਉੱਤਰ ਦਿੱਤਾ ਜੋ ਇਸ ਕਥਾ ਦੇ ਵਿੱਚ ਹੈ। ਆਪਾਂ ਸ਼੍ਰਵਣ ਕਰਦੇ ਹਾਂ। ਸ਼ਲੋਕ ਮਹੱਲਾ ਪਹਿਲਾ। ਮਹਾਰਾਜ ਜੀ ਨੇ ਪਹਿਲਾ ਗੁਰਬਾਣੀ ਦਾ ਸ਼ਲੋਕ ਦਿੰਦਿਆਂ ਹੋਇਆਂ ਸਾਂਝਾ ਉਪਦੇਸ਼ ਹੈ। ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ। ਮਹਾਰਾਜ ਜੀ ਫਰਮਾਨ ਕਰਦੇ ਹਨ, ਪਹਿਲੇ ਪੈਰ ਭਾਵ ਸਵਾਹੀ ਪ੍ਰਭਾਤ ਵੇਲੇ ਉੱਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਸਲਾਹਣਾ ਕਰ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਇਕਾਗਰ ਮਨ ਦਾ ਹਮਨੂ ਹੋ ਕਰਕੇ ਪਰਮਾਤਮਾ ਨੂੰ ਧਿਆਉਣਾ ਕੀਤਾ ਹੈ। ਮਹਾਰਾਜ ਜੀ ਕਹਿੰਦੇ ਸਵਾਹੀ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਚਿੜੀ ਚੋਹਕੀ ਪਹੁ ਫਟੀ ਬਗਣ ਬਹੁਤ ਤਰੰਗ।
अचरज रूप संतन रचे, नानक नाम है रंग। पातशाह जी फरमान करते हैं, हे प्यारिया, पहले पहरे फुलड़ा, फल भी पश्चा रात, जो जागन लहन से साई कन्नो दात। महाराज जी फरमान करते हैं, सुवाही सलाह भाव पहले पैर, रात्रि का पहला पैर जेड़ा आउंदा है। महाराज जी कहते, इस प्रभात वेले उठ करके परमेश्वर नूं सलाहना कर, उसका नाम जपना कर। महाराज जी कहते, जिन्हां ने इस परमात्मा वाहिगुरु नूं अमृत वेले उठ करके सिमरना कीता, क्योंकि महाराज जी फरमान करते हैं, अमृत वेला सच नाऊ, वड्याई विचार, करमी आवे कपड़ा, नदरी मोख दुआर। महाराज जी फरमान करते हैं, झालांगे उठ नाम जप, निस्वासर आराध, कारा तुझे न व्यापई, नानक मिटै उपाध। भाव झालांगे, हे मनुख, तू परमात्मा वाहिगुरु दा सिमरन कर उठ करके, ते रब दा सिमरन करेगा। महाराज जी कहते, तेरिया सारिया जड़ियां हिरदे दियां बेदकां ने, बेदना ने, ओ लै जाणगियां, ते सारे जेड़े तेरे दुख तकलीफ ने ओ लै जाणगे। पातशाह जी फरमान करते हैं, कहते भाई, तू इस करके परमात्मा वाहिगुरु दे इस सेवा दे विच लग्या कर, क्योंकि अमृत वेला जेड़ा सब तो सुचज्जा है, सब तो वधिया है। महाराज जी ने सिखां नूं ताइयों ये अमृत वेले दीयां बख्शिशां कीतियां ने कि अमृत वेले उठ करके इशनान पानी करदियां वाहिगुरु दे नाल जुड़ना करेंगे। पातशाह जी फरमान करते हैं, गौड़ी दी वार दे विच कहते, हे गुर सिखा, जो गुर सतगुर का जो सिख अखावे, सो ओ जेड़ा गुरु सतगुरु दा सिख अखवाउंदा है। महाराज जी फरमान करदे हन, उदम करे भलके प्रभाती, इशनान करे अमृत सर नहावे। जो गुरु दा सिख अखाउंदा है, वो उठ करके अमृत वेले उठे ते उठ करके परमात्मा दा नाम ध्यावे। महाराज जी फरमान करदे हन, गुर सतगुर का जो सिख अखाए, सो भलके उठ हर नाम ध्यावे। प्रभात दे भलके, प्रभात दे समय उठ के परमात्मा वाहिगुरु दा नाम ध्याना करे। उदम करे भलके प्रभाती, इशनान करे अमृत सर नहावे। भलके महाराज जी कहते, उदम करे भलके प्रभाती, अमृत वेले उठे ते इशनान करे अपने घर दे विच। ਉਹ ਇਸ਼ਨਾਨ ਆਪਣੇ ਦਿਲ ਦੇ ਵਿੱਚ, ਜਿਵੇਂ ਪਹਿਲਾਂ ਬਜ਼ੁਰਗ ਦੇਖਦੇ ਸੀ ਇਸ਼ਨਾਨ ਕਰਦੇ ਸੀ, ਜੋ ਸਥਾਨ ਅਸੀਂ ਮਹਾਂਪੁਰਸ਼ਾਂ ਦੇ ਸਥਾਨ ਤੋਂ ਜਿੱਥੋਂ ਗੁਰਮਤਿ ਦੀ ਵਿਦਿਆ ਲਈ, ਤੇ ਉੱਥੇ ਇੱਕ ਖੂਹੀ ਹੁੰਦੀ ਸੀ। ਮਹਾਂਪੁਰਸ਼ ਕਹਿੰਦੇ ਹੁੰਦੇ ਕਿ ਜਿਹੜਾ ਇਹ ਖੂਹੀ ਦਾ ਪਾਣੀ ਭਰ ਕੇ ਬਾਲਟੀਆਂ ਨਾਲ ਕੱਢ ਕਰਕੇ ਝਵੱਚਾ ਭਰੇਗਾ, ਉਹਨੂੰ ਬਹੁਤ ਪੁੰਨ ਲੱਗੇਗਾ। ਫਿਰ ਅੰਮ੍ਰਿਤ ਵੇਲੇ ਉੱਠ ਕਰਕੇ ਬਾਰੀ ਦੇ ਨਾਲ ਸਾਰੇ ਬਾਲਟੀਆਂ, ਕੋਈ 10 ਬਾਲਟੀਆਂ, ਕੋਈ 5 ਬਾਲਟੀਆਂ, ਉਹ ਝਵੱਚੇ 'ਚ ਪਾਉਂਦਾ। ਫਿਰ ਬਜ਼ੁਰਗ ਆਉਂਦੇ ਇਸ਼ਨਾਨ ਕਰਦੇ, ਤੇ ਉਹ ਫਿਰ ਇਸ਼ਨਾਨ ਵੀ ਕਰਦੇ, ਇਸ਼ਨਾਨ ਕਰਦਿਆਂ ਸ਼ਬਦ ਦਾ ਵੀ ਜਾਪ ਕਰਦੇ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਭਾਵ ਅੰਮ੍ਰਿਤ ਵੇਲੇ ਦਾ ਬਜ਼ੁਰਗਾਂ ਨੂੰ ਸਵਾਲ ਕਰਨਾ, ਬਾਬਾ ਜੀ ਇਹ ਕਿਉਂ? ਕਹਿਣ ਲੱਗੇ, ਇਹ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ, ਪੰਚਮ ਪਾਤਸ਼ਾਹ ਜੀ ਦਾ ਹੁਕਮ ਹੈ, ਸਿੱਖੋ, ਇਸ਼ਨਾਨ ਕਰਨ ਵੇਲੇ ਜਦੋਂ ਤੁਸੀਂ ਯਾਦ ਕਰੋਗੇ, ਆਪਣੇ ਘਰ ਇਸ਼ਨਾਨ ਕਰੋਗੇ, ਤਾਂ ਤੁਹਾਨੂੰ ਗੁਰੂ ਸਾਹਿਬ ਜੀ ਦੇ ਅੰਮ੍ਰਿਤਸਰ ਦਾ ਇਸ਼ਨਾਨ ਪ੍ਰਾਪਤ ਦਾ ਫਲ ਮਿਲੇਗਾ, ਕਿਉਂਕਿ ਇਹ ਸ਼ਬਦ ਸੀ ਬਜ਼ੁਰਗਾਂ ਦੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਾਪੈ, ਸਭ ਕਿਲ ਬਿਖ ਪਾਪ ਦੋਖ ਲਹਿ ਜਾਵੇ। ਅੰਮ੍ਰਿਤ ਵੇਲੇ ਉੱਠ ਕਰਕੇ ਸੁਵਾਹੀ ਸਲਾਹ, ਅੰਮ੍ਰਿਤ ਵੇਲੇ ਉੱਠ ਕਰਕੇ ਮਹਾਰਾਜ ਜੀ ਕਹਿੰਦੇ ਉਦਮ ਦੇ ਨਾਲ ਉੱਠੇ, ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦਾ ਉਪਦੇਸ਼, ਜਿਹੜਾ ਗੁਰੂ ਦਾ ਉਪਦੇਸ਼ ਸਿੱਖਾਂ ਨੂੰ ਕੀ ਹੈ? ਅੰਮ੍ਰਿਤ ਵੇਲੇ ਉੱਠ ਕਰਕੇ ਸਿਮਰਨ ਕਰਨਾ।
ਮਹਾਂਪੁਰਸ਼ ਦੱਸਦੇ ਹੁੰਦੇ ਸੀ ਕਿ ਜਦੋਂ ਤੁਸੀਂ ਮੰਜੇ ਦੇ ਉੱਪਰੋਂ ਉੱਠਦੇ ਹੋ ਸੁਬਾਹ, ਉਦੋਂ ਉੱਠਣ ਸਾਰ ਹੀ ਤੁਹਾਡੇ ਮੁਖ ਦੇ ਵਿੱਚ ਵਾਹਿਗੁਰੂ ਹੋਵੇ। ਮੰਜੇ ਦੇ ਉੱਪਰ ਹੀ ਚੌਂਕੜਾ ਲੱਗ ਜਾਵੇ, ਜਿੰਨਾ ਸਮਾਂ ਪ੍ਰਾਪਤ ਹੁੰਦਾ ਹੈ ਉਹਨਾਂ ਸਮਾਂ ਵਾਹਿਗੁਰੂ 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 ਸਿਮਰਨ ਕਰੋ, ਮੂਲ ਮੰਤਰ ਦਾ ਪਾਠ ਕਰੋ। ਕੁਝ ਸਮਾਂ ਮੰਜੇ ਦੇ ਉੱਪਰ ਬਹਿ ਕਰਕੇ ਮਹਾਰਾਜ ਜੀ ਕਹਿੰਦੇ ਗੁਰੂ ਉਪਦੇਸ਼, ਗੁਰੂ ਹਰ ਹਰ ਜਪ ਜਾਪੈ ਉਪਦੇਸ਼, ਗੁਰੂ ਦਾ ਉਪਦੇਸ਼ ਨੂੰ ਉਸ ਨੂੰ ਅੰਮ੍ਰਿਤ ਵੇਲੇ ਸਿਮਰਨਾ ਕਰੋ। ਮਹਾਰਾਜ ਜੀ ਫਰਮਾਨ ਕਰਦੇ ਹਨ, ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਜਿਹੜਾ ਕਿਲਵਿਖ ਹਨ, ਪਾਪ ਹਨ, ਉਹ ਸਾਰੇ ਦੋਖ ਲੈ ਜਾਂਦੇ ਹਨ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਜਦੋਂ ਦਿਨ ਚੜ ਜਾਵੇ ਫਿਰ ਗੁਰਬਾਣੀ ਗਾਉਣ ਦੀ ਤਕਰੀਦ ਹੈ। ਜਿਵੇਂ ਆਸਾ ਜੀ ਦੀ ਵਾਰ ਦਾ ਕੀਰਤਨ ਹੈ, ਜਿਵੇਂ ਸਿੱਖ ਅੰਮ੍ਰਿਤ ਵੇਲੇ ਉੱਠ ਕਰਕੇ ਕੀਰਤਨ ਗਾਉਂਦੇ ਹਨ। ਜਿਵੇਂ ਪਹਿਲਾਂ ਦੇ ਸਮਿਆਂ ਦੇ ਵਿੱਚ ਲੋਕੀ ਬਲਦਾਂ ਨਾਲ ਜਦੋਂ ਖੇਤੀ ਕਰਦੇ ਸਨ, ਉਦੋਂ ਜਿਹੜੇ ਗੁਰਮੁਖ ਜਨ ਹੁੰਦੇ ਸਨ ਉਹ ਅੰਮ੍ਰਿਤ ਵੇਲੇ ਜਦੋਂ ਬਲਦਾਂ ਨੂੰ ਜੋਤਣ ਵਾਸਤੇ, ਜੋੜਨ ਵਾਸਤੇ, ਜ਼ਮੀਨ ਨੂੰ ਵਾਹੁਣ ਵਾਸਤੇ ਲੈ ਕੇ ਜਾਂਦੇ ਤੇ ਨਾਲੋਂ ਗੁਰਬਾਣੀ ਦੇ ਸ਼ਬਦ ਧਾਰਨਾ ਆਪਣੇ ਮਾਲਵੇ ਦੇ ਵਿੱਚ ਧਾਰਨਾ ਸੀ, ਉਹ ਧਾਰਨਾ ਪੜ੍ਹਦੇ ਜਾਂਦੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਵਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਬਹਿੰਦਿਆਂ, ਜਿਵੇਂ ਪਹਿਲਾਂ ਬਜ਼ੁਰਗਾਂ ਆਪਾਂ ਦੇਖੇ ਨੇ, ਪੁਰਾਣੇ ਬਜ਼ੁਰਗ ਜਿਹੜੇ ਉਹ ਜਦੋਂ ਉੱਠਦੇ ਸੀ ਤਾਂ ਵੀ ਵਾਹਿਗੁਰੂ ਕਹਿੰਦੇ ਸੀ, ਜਦੋਂ ਬਹਿੰਦੇ ਸੀ ਤਾਂ ਵੀ ਵਾਹਿਗੁਰੂ ਕਹਿੰਦੇ ਸੀ। ਇੱਥੋਂ ਤੱਕ ਜਦੋਂ ਸਿੱਖ ਆਉਣੀ ਫਿਰ ਵੀ ਵਾਹਿਗੁਰੂ, ਵਾਸੀ ਆਉਣੀ ਫਿਰ ਵੀ ਵਾਹਿਗੁਰੂ। ਭਾਵ ਉਹਨਾਂ ਦਾ ਇਹ ਸਤਿਗੁਰੂ ਜੀ ਦੇ ਉਪਦੇਸ਼ ਦਾ ਮੰਨਣਾ ਸੀ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਮਹਾਰਾਜ ਜੀ ਕਹਿੰਦੇ ਫਰਮਾਨ ਕਰਦੇ ਹਨ, ਜੋ ਸਾਸ ਗਿਰਾਸ ਆਪਣੇ ਸਵਾਸਾਂ ਦੇ ਨਾਲ, ਸਾਸ ਦਾ ਮਤਲਬ ਹੈ ਜਦੋਂ ਆਪਾਂ ਸਾਹ ਲੈਨੇ ਆ, ਗਿਰਾਸ ਦਾ ਮਤਲਬ ਹੈ ਜਦੋਂ ਪ੍ਰਸ਼ਾਦਾ ਛਕਦੇ ਆ। ਮਹਾਰਾਜ ਜੀ ਕਹਿੰਦੇ ਸਾਸ ਗਿਰਾਸ ਆਪਣੀਆਂ ਬੁਰਕੀਆਂ ਮੂੰਹ ਦੇ ਵਿੱਚ ਪਾਉਣ ਵੇਲੇ ਵੀ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਸਿਮਰਨ ਨੂੰ, ਵਾਹਿਗੁਰੂ ਨੂੰ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਗੁਰਸਿੱਖ ਫਿਰ ਗੁਰੂ ਦੇ ਮਨ ਨੂੰ ਭਾਉਂਦਾ ਹੈ। ਸੋ ਵਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ। ਮਹਾਰਾਜ ਜੀ ਫਰਮਾਨ ਕਰਦੇ ਹਨ, ਅੰਮ੍ਰਿਤ ਵੇਲੇ ਸੁਬਾਹ ਪ੍ਰਭਾਤ ਵੇਲੇ ਉੱਠ ਕਰਕੇ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਕਰੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਸਨੋ ਦਇਆਲ ਹੋਵੇ ਮੇਰਾ ਸੁਆਮੀ, ਸੋ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੇ। ਮਹਾਰਾਜ ਜੀ ਕਹਿੰਦੇ ਐਸੇ ਗੁਰਸਿੱਖਾਂ ਦੀ ਨਾਨਕ ਜਿਹੜਾ ਧੂੜ ਮੰਗਦਾ, ਜਿਹੜਾ ਆਪ ਵੀ ਸਿਮਰਨ ਕਰਦਾ ਤੇ ਸੰਗਤਾਂ ਨੂੰ ਵੀ, ਜਿਵੇਂ ਹੁਣ ਉਦਮ ਕਰਦਿਆਂ ਹੋਇਆਂ ਸੁਖਮਣੀ ਸੁਸਾਇਟੀ ਵੱਲੋਂ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧ ਵੱਲੋਂ ਇਹ ਉਦਮ ਕੀਤਾ ਗਿਆ। ਪ੍ਰਭਾਤ ਫੇਰੀਆਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਕਥਾ ਦਾ ਸਮਾਗਮ ਗੁਰਦੁਆਰਾ ਸਾਹਿਬ 20-21 ਤਰੀਕ ਦਾ ਇਹ ਉਦਮ ਹੈ। ਮਹਾਰਾਜ ਜੀ ਫਰਮਾਨ ਕਰਦੇ, ਫਿਰ ਜਿਹੜਾ ਗੁਰਸਿੱਖ ਦੇ ਉੱਪਰ ਪਰਮਾਤਮਾ ਦਇਆਲ ਹੁੰਦਾ ਹੈ, ਫਿਰ ਉਹ ਗੁਰਸਿੱਖ ਗੁਰੂ ਦਾ ਉਪਦੇਸ਼ ਆਪ ਵੀ ਜਪਦਾ ਤੇ ਦੂਸਰਿਆਂ ਨੂੰ ਵੀ ਜਪਾਉਂਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸੁਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ। ਸੁਬਾਹ ਉੱਠ ਕਰਕੇ, ਅੰਮ੍ਰਿਤ ਵੇਲੇ ਉੱਠ ਕਰਕੇ, ਪ੍ਰਭਾਤ ਸਮੇਂ ਉੱਠ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਹਨ, ਜੋ ਪਰਮਾਤਮਾ ਦਾ ਸਿਮਰਨ ਕਰਦੇ ਹਨ ਸੇਈ ਪੂਰੇ ਸਾਹ ਵਖਤੈ ਉੱਪਰ ਲੜ ਮੋਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਸਭ ਤੋਂ ਵੱਡੇ ਉਹ ਵਣਜਾਰੇ ਹਨ, ਸ਼ਾਹ ਹਨ, ਜਿਹੜੇ ਵਕਤ ਦੇ ਉੱਪਰ ਲੜ ਮੋਏ। ਹੁਣ ਵਕਤ ਕੀ ਹੈ? ਸਿੱਖਾਂ ਵਾਸਤੇ ਉਪਦੇਸ਼ ਹੈ, ਜੋ ਆਪ ਜੀ ਨੇ ਪਹਿਲਾਂ ਸ਼ਬਦ ਸ਼ਰਾਵਣ ਕੀਤਾ। ਗੌੜੀ ਦੀ ਵਾਰ ਦੇ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ, ਗੁਰ ਸਤਗੁਰ ਕਾ ਜੋ ਸਿੱਖ ਅਖਾਏ ਭਲਕੇ ਉਦਮ। ਮਹਾਰਾਜ ਜੀ ਫਰਮਾਨ ਕਰਦੇ ਹਨ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਭਾਵ ਜਿਹੜਾ ਇਹ ਵਕਤ ਹੈ ਗੁਰਸਿੱਖਾਂ ਵਾਸਤੇ, ਜੋ ਗੁਰੂ ਦਾ ਸਿੱਖ ਖਵਾਉਂਦਾ ਹੈ, ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਭਲਕੇ ਉੱਠ ਹਰ ਨਾਮ, ਭਲਕੇ
ਅੰਮ੍ਰਿਤ ਵੇਲੇ ਉੱਠ ਕਰਕੇ ਸਾਡੇ ਵਾਸਤੇ ਇਹ ਵਕਤ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਵਕਤ ਹੈ ਉੱਪਰ ਲੜ ਮੋਏ। ਜਦੋਂ ਸਮਾਂ ਆਇਆ ਤੇ ਉਹਦੇ ਉੱਪਰ ਜੂਝਦੇ ਹੋਏ ਭਾਵ ਮੋਏ ਹਨ। ਜਿਵੇਂ ਦੂਸਰੀ ਜੇ ਆਪਾਂ ਇਸ ਦਾ ਭਾਵ ਲੈਣਾ, ਜਿਵੇਂ ਬਾਬਾ ਦੀਪ ਸਿੰਘ ਜੀ ਜਦੋਂ ਵਕਤ ਆਇਆ, ਉਹਨਾਂ ਨੂੰ ਸੁਨੇਹਾ ਮਿਲਿਆ ਕਿ ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਹੁਰਮਤੀ ਹੋ ਰਹੀ ਆ ਕਰਕੇ ਮੁਗਲਾਂ ਨੇ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਗੰਦਮੰਦ ਸਿੱਟ ਕਰਕੇ ਬੰਦ ਕਰ ਦਿੱਤਾ। ਜਿੱਥੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਉੱਥੇ ਤਾਂ ਹੋਰ ਹੀ ਕੁਝ ਚੱਲ ਰਿਹਾ ਹੈ। ਤਾਂ ਬਾਬਾ ਦੀਪ ਸਿੰਘ ਜੀ 80-85 ਸਾਲ ਦੀ ਉਮਰ ਦੇ ਵਿੱਚ ਸ਼੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਦਿਆਂ ਹੋਇਆਂ ਵਕਤ ਦੇ ਉੱਪਰ ਜਿਹੜੇ ਚੱਲੇ, ਤੇ ਫਿਰ ਵਕਤ ਦੇ ਉੱਪਰ ਇੰਨੀ ਵਿਰਧ ਅਵਸਥਾ ਦੇ ਵਿੱਚ 18 ਸ਼ੇਰ ਦਾ ਖੰਡਾ ਵਾਹੁੰਦਿਆਂ ਹੋਇਆਂ ਵਕਤ ਹੈ ਉੱਪਰ ਲੜ ਮੋਏ ਸਹੀ ਪੂਰੇ ਸਾਹ। ਅਸਲ ਵਿੱਚ ਮਹਾਰਾਜ ਜੀ ਕਹਿੰਦੇ ਉਹ ਬਣਜਾਰੇ ਨੇ ਜਿਹੜੇ ਸਹੀ ਵਕਤ ਦੇ ਉੱਪਰ ਲੜ ਕਰਕੇ ਆਪਣੀ ਮੌਤ ਕਰ ਲਈ। ਹੁਣ ਲੜਾਈ ਤਾਂ ਸ਼ਰਾਬੀਆਂ ਕਵਾਬੀਆਂ ਦੀ ਵੀ ਹੋ ਜਾਂਦੀ ਆ, ਉਹ ਵੀ ਲੜ ਕਰਕੇ ਮੌਤਾਂ ਕਰ ਲੈਂਦੇ ਨੇ, ਪਰ ਉਹਨਾਂ ਨੂੰ ਵਕਤ ਉੱਪਰ ਲੜ ਮੋਏ ਵਾਲਾ ਖਿਤਾਬ ਨਹੀਂ ਹੈ। ਲੜ ਮੋਏ ਵਾਲਾ ਖਿਤਾਬ ਬਾਬਾ ਦੀਪ ਸਿੰਘ ਜੀ ਨੂੰ ਹੈ। ਲੜਕੇ ਮਰਨ ਵਾਲਾ ਖਿਤਾਬ ਜਿਹੜੇ ਐਸੇ ਯੋਧੇ ਹਨ, ਭਾਈ ਬਚਿੱਤਰ ਸਿੰਘ ਜੀ ਵਰਗੇ, ਬਾਬਾ ਜੀਵਨ ਸਿੰਘ ਜੀ ਵਰਗੇ, ਉਹਨਾਂ ਨੂੰ ਮਹਾਰਾਜ ਜੀ ਨੇ ਇਹ ਖਿਤਾਬ ਬਖਸ਼ਿਆ ਹੈ ਕਿ ਉਹ ਸਹੀ ਸਾਹ ਹਨ। ਸਾਹ ਦਾ ਮਤਲਬ ਵਣਜਾਰਾ ਕੋਈ ਚੀਜ਼ ਨੂੰ ਵਣਜ ਲੈਣਾ, ਜਿਸ ਚੀਜ਼ ਦਾ ਮੁਨਾਫਾ ਹੁੰਦਾ ਹੋਵੇ। ਜਿਵੇਂ ਸੋਨੇ ਦਾ ਵਪਾਰੀ ਹੈ, ਉਹ ਸੋਨੇ ਨੂੰ ਖਰੀਦਦਾ ਹੈ ਵੀ ਇਹ ਮੈਨੂੰ ਮੁਨਾਫਾ ਦੇਵੇਗਾ। ਕੋਈ ਹੋਰ ਚੀਜ਼ਾਂ ਦੇ, ਹੁਣ ਜਿਵੇਂ ਜਿਣਸ ਹੈ, ਸਾਡਾ ਝੋਨਾ ਤਿਆਰ ਹੈ ਤੇ ਹੁਣ ਝੋਨੇ ਦੇ ਵਪਾਰੀ ਝੋਨੇ ਨੂੰ ਖਰੀਦ ਲੈਣਗੇ ਤੇ ਉਹ ਭਾਵ ਸਾਹ ਵਣਜਾਰੇ ਹਨ। ਪਰ ਜਿਹੜੇ ਅਸਲੀ ਸਾਹ ਹਨ, ਮਹਾਰਾਜ ਜੀ ਕਹਿੰਦੇ ਉਹ ਨਾਮ ਨੂੰ ਸਿਮਰਨ ਕਰਦੇ ਨੇ, ਵਕਤੇ ਦੇ ਉੱਪਰ ਉਹ ਲੜ ਮਰ ਜਾਂਦੇ ਹਨ। ਦੂਜੇ ਬਹੁਤੇ ਰਾਹ ਮਨ ਕੀਆਂ ਮਤੀ ਖਿੰਡੀਆਂ। ਮਹਾਰਾਜ ਜੀ ਕਹਿੰਦੇ ਹੋਰ ਦੂਜੇ ਬਹੁਤ ਰਾਹ ਨੇ। ਦੂਜੇ ਕਿਹੜੇ ਰਾਹ? ਵੀ ਫਲਾਣਾ ਸਮਾਗਮ ਹੈ, ਉੱਥੇ ਚੱਲਾਂਗੇ, ਉੱਥੇ ਆਪਾਂ ਕੀ ਕਰਨਾ? ਜਿਵੇਂ ਕੋਈ ਕਹਿੰਦਾ ਵੀ ਫਲਾਣੇ ਰਾਤ ਨੂੰ ਸਿਮਰਨ ਦੇ ਵਿੱਚ ਜਾਣਾ ਜਾਂ ਸਤ ਸੰਗਤ ਦੇ ਵਿੱਚ ਜਾਣਾ, ਉਹਨਾਂ ਨੇ ਕਹਿਣਾ ਉੱਥੇ ਕੀ, ਉੱਥੇ ਤਾਂ ਐ ਹੁੰਦਾ, ਉੱਥੇ ਵਾਹ ਹੁੰਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਦੂਜੇ ਬਹੁਤੇ ਰਾਹ, ਹੋਰ ਬਹੁਤੇ ਰਾਹ ਐਸੇ ਚੱਲੇ ਨੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਤੋਂ, ਵਾਹਿਗੁਰੂ ਦੀ ਬੰਦਗੀ ਤੋਂ ਤੋੜ ਲੈਂਦੇ ਨੇ। ਤੇ ਜਿਹੜੇ ਅਸਲੀ ਰਾਹ ਨੇ ਉਹ ਇਹ ਹਨ ਕਿ ਅੰਮ੍ਰਿਤ ਵੇਲੇ ਉੱਠ ਕਰਕੇ, ਹੁਣ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆਉਂਦਾ, ਆਪਾਂ ਉਹਨਾਂ ਦੇ ਪ੍ਰਕਾਸ਼ ਪੁਰਬ ਦੀ ਵਡਿਆਈ, ਉਹਨਾਂ ਦੀ ਮਹਿਮਾ ਗਾਉਣੀ ਹੈ। ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਪ੍ਰਭਾਤ ਫੇਰੀ ਦੇ ਵਿੱਚ, ਗੁਰੂ ਦੀ ਸਤ ਸੰਗਤ ਦੇ ਵਿੱਚ, ਗੁਰੂ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਇੱਕ ਰਾਹ ਹੈ। ਜਿਹੜੇ ਬਹੁਤੇ ਰਾਹ ਨੇ ਉਹ ਹੋਰ ਹਨ, ਤੇ ਉਹਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਮਨ ਕੀਆਂ ਮਤੀ ਖਿੰਡੀਆਂ, ਜਿਹੜੀਆਂ ਮਨ ਦੀਆਂ ਮਤ ਫਿਰ ਖਿੰਡ ਜਾਂਦੀ ਹੈ। ਜਿਵੇਂ ਆਪਾਂ ਦੇਖਦੇ ਹਾਂ, ਅੱਜ ਜਿੰਨਾ ਪੜ੍ਹੇ ਲਿਖ ਗਏ, ਅਸੀਂ ਪੜ੍ਹ ਲਿਖ ਗਏ, ਗੁਰਬਾਣੀ ਦਾ ਫਰਮਾਨ ਹੈ, ਜੇਤਾ ਪੜ੍ਹਿਆ ਤੇਤਾ ਕੜਿਆ, ਭਾਵ ਅਸੀਂ ਬਹੁਤੇ ਪੜ੍ਹ ਗਏ ਓਨਾ ਹੀ ਕੜ ਗਏ। ਜਿਵੇਂ ਕਾੜਨੀ ਦੇ ਵਿੱਚ ਪਹਿਲਾਂ ਦੁੱਧ ਕੱਢਦਾ ਸੀ, ਲਾਲ ਹੋ ਜਾਂਦਾ ਸੀ, ਤੇ ਹੁਣ ਕੀ ਹੋ ਗਿਆ? ਪੜ੍ਹਾਈ ਹੈ ਜਿਹੜੀ, ਮਹਾਰਾਜ ਜੀ ਨੇ ਉਹਦੀ ਵਡਿਆਈ ਕੀਤੀ ਹੈ, ਵਿਦਿਆ ਵਿਚਾਰੀ ਤਾ ਪਰ ਉਪਕਾਰੀ। ਪਰ ਅੱਜ ਜਿੰਨੇ ਬਹੁਤੇ ਪੜ੍ਹੇ ਨੇ, ਉਹਨੇ ਹੀ ਇਹਨਾਂ ਹੋਰ ਪਾਸੇ ਜਿਹੜੀਆਂ ਮਨ ਦੀਆਂ ਮੱਤਾਂ ਨੂੰ ਖੰਡਾ ਦਿੰਦੇ ਨੇ, ਉਸ ਪਾਸੇ ਚੱਲ ਪਏ। ਮੈਨੂੰ ਕਿਸੇ ਨੇ ਦੱਸਿਆ, ਪੜ੍ਹੇ ਲਿਖੇ ਨੇ, MA B.Ed ਡਿਗਰੀ ਕਰੀ, ਕਹਿੰਦੇ ਫਲਾਣੇ ਥਾਵੇਂ ਇੱਕ ਜੋਤਸ਼ੀ ਹੈ ਤੇ ਉਹ ਕੰਪਿਊਟਰ ਤੇ ਦੇਖ ਕੇ ਦੱਸਦਾ, ਸੱਚ ਦੱਸਦਾ। ਮੈਂ ਕਿਹਾ ਵੀ ਤੈਨੂੰ ਵਿਸ਼ਵਾਸ ਇਸ ਚੀਜ਼ ਤੇ ਵੀ ਤੂੰ ਇੰਨੀ ਪੜ੍ਹਾਈ ਕਰੀ ਤੇ ਐ ਹੁੰਦਾ ਜੀ, ਵਾਹ ਹੁੰਦਾ, ਕਿਉਂਕਿ ਉਹਨੇ ਆਪਣੀਆਂ ਦਲੀਲਾਂ ਦੇਣੀਆਂ ਨੇ। ਫਿਰ ਮਹਾਰਾਜ ਜੀ ਕਹਿੰਦੇ ਹਨ, ਮਨ ਕੀਆਂ ਮਤੀ ਖਿੰਡੀਆਂ। ਉਹ ਫਿਰ ਇੰਨਾ ਪੜ੍ਹ ਕਰਕੇ ਵੀ ਉਹਦੀਆਂ ਮਨ ਦੀਆਂ ਮੱਤੀਆਂ ਜਿਹੜੀਆਂ ਖਿੰਡੀਆਂ ਹੋਈਆਂ ਨੇ,
ਵੀ ਜਿਹੜਾ ਸਾਡਾ ਕੰਮ ਕਰੂਗਾ ਉਹ ਜੋਤਸ਼ੀ ਦੱਸੂਗਾ, ਉਹ ਫਲਾਣਾ ਕਰੂਗਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਹੜੇ ਐਸੇ ਰਾਹ ਨੇ ਉਹਨਾਂ ਰਾਹਾਂ ਦੇ ਵਿੱਚ ਤੁਰਨ ਦੇ ਨਾਲ ਜਿਹੜਾ ਮਨ ਦੀ ਮੱਤ ਹੈ ਉਹ ਖਿੰਡ ਜਾਂਦੀ ਹੈ, ਇਕਾਗਰ ਨਹੀਂ ਰਹਿੰਦੀ। ਪਰ ਗੁਰਮਤਿ ਦੇ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਮਨ ਦੀ ਇਕਾਗਰ ਨੂੰ ਕਰਨ ਦਾ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ। ਬਹੁਤੇ ਪਾਏ ਅਸਗਾਹ, ਗੋਤੇ ਖਾਹੇ ਨਾ ਨਿਕਲੈ। ਹੁਣ ਜਿਹੜੀਆਂ ਬਹੁਤੇ ਰਾਹ ਚੱਲੇ ਨੇ ਨਾ, ਬਹੁਤੇ ਰਾਹਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਉੱਥੇ ਵੱਡੇ ਵੱਡੇ ਅਸਗਾਹ ਤੇ ਸਮੁੰਦਰਾਂ ਦੀਆਂ ਲਹਿਰਾਂ ਵਰਗੀਆਂ ਟੈਨਸ਼ਨਾਂ ਵਹਿੰਦੀਆਂ ਨੇ। ਜਿਹੜੀਆਂ ਇਹ ਟੈਨਸ਼ਨਾਂ ਵਹਿੰਦੀਆਂ ਨੇ, ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਟੈਨਸ਼ਨਾਂ ਦੇ ਵਿੱਚ ਗੋਤੇ ਖਾਹੇ ਨਾ ਨਿਕਲੈ। ਉਹਨਾਂ ਟੈਨਸ਼ਨਾਂ ਦੇ ਵਿੱਚ ਫਿਰ ਗੋਤੇ ਖਾਂਦੇ ਨੇ, ਭਾਵ ਬਿਰਤੀ ਹਲ ਜਾਂਦੀ ਹੈ। ਸੰਸਾਰ ਦੇ ਕਾਰ ਵਿਹਾਰ ਨੇ ਜਿਹੜੇ, ਜਿੰਨਾ ਹੋਰ ਵਧੀ ਜਾਣਗੇ ਉਹਦੇ ਵਿੱਚ ਹੋਰ ਗੋਤੇ ਖਾਈ ਜਾਣਗੇ। ਮਹਾਰਾਜ ਜੀ ਫਰਮਾਨ ਕਰਦੇ ਹਨ, ਇਸ ਤਰ੍ਹਾਂ ਇਹਨਾਂ ਕਾਰਾਂ ਵਿਹਾਰਾਂ ਨੂੰ ਹੱਲ ਕਰਨ ਵਿੱਚ ਖਚਤ ਹੋ ਜਾਂਦੇ ਹਾਂ, ਜਿਸ ਕਰਕੇ ਸਿਮਰਨ ਭਜਨ ਕਰਨ ਲਈ ਵਿਹਾਰਾਂ ਵਿੱਚੋਂ ਸੁਰਤੀ ਨਿਕਲਦੀ ਹੀ ਨਹੀਂ। ਭਾਵ ਸਮਾਂ ਆਥਣੇ ਲੇਟ ਪੈਣ ਕਰਕੇ ਸਰੀਰ ਥੱਕ ਜਾਂਦਾ ਤੇ ਸੁਬਾਹ ਸਰੀਰ ਨਹੀਂ ਉੱਠਦਾ, ਨਾ ਇਹ ਉੱਠਣ ਦੇ ਕਾਰਨ ਤਨ ਨੂੰ ਤੇ ਫਿਰ ਸਿਮਰਨ ਦਾ ਜਿਹੜਾ ਸਮਾਂ ਲੰਘ ਜਾਂਦਾ। ਫਿਰ ਇਹ ਸੂਰਜ ਦੇਵਤਾ ਚੜ ਜਾਂਦਾ ਤੇ ਕੁਦਰਤੀ ਇਹ ਸੁਭਾਅ ਸਾਡੀ ਇਸ ਪ੍ਰਕਿਰਤੀ ਦਾ, ਜਦੋਂ ਸੂਰਜ ਦੇਵਤਾ ਚੜੇ, ਬੇਸ਼ੱਕ ਉਹ ਲੇਟ ਚੜੇ ਜਾਂ ਸੁਨੇਹਾ ਚੜੇ, ਤੇ ਜਿਹੜੇ ਸਾਡੇ ਧੰਦੇ ਧੰਦਾਰੂ ਨੇ ਇਹਦੇ ਚੜ੍ਹਨ ਦੇ ਨਾਲ ਸ਼ੁਰੂ ਹੋ ਜਾਂਦੇ ਨੇ। ਜਦੋਂ ਫਿਰ ਧੁੱਪ ਆ ਜਾਂਦੀ ਹੈ, ਫਿਰ ਅਸੀਂ ਕਹਿੰਦੇ ਇੱਕ ਦੂਜੇ ਨੂੰ ਐਡੀ ਗੋਡੇ ਗੋਡੇ ਧੁੱਪ ਆ ਗਈ, ਚੱਲ ਕੰਮ ਤੋਂ ਲੇਟ ਹੋ ਗਏ। ਮਹਾਰਾਜ ਜੀ ਕਹਿੰਦੇ ਫਿਰ ਇਹਨਾਂ ਦੇ ਵਿੱਚ, ਇਸ ਕੰਮ ਦੇ ਵਿੱਚ ਫਿਰ ਗੋਤੇ ਖਾਂਦੇ ਨੇ। ਇਹਨਾਂ ਗੋਤੇ ਖਾਣ ਦੇ ਨਾਲ ਨਿਕਲਿਆ ਨਹੀਂ ਜਾਂਦਾ। ਤੀਜੇ ਮੋਈ ਗਿਰਾਹ, ਭੁੱਖ ਤਿੱਖਾਂ ਦੋਏ ਭੌਂਕੀਆਂ। ਮਹਾਰਾਜ ਜੀ ਹੁਣ ਕਹਿੰਦੇ ਜਦੋਂ ਤੀਜਾ ਪਹਿਰ ਚੜਿਆ, ਤੀਜਾ ਪਹਿਰ ਚੜਨ ਦੇ ਨਾਲ ਹੁਣ ਸਰੀਰ ਤੁਰਿਆ ਫਿਰਦਾ, ਤੁਰੇ ਫਿਰਦੇ ਸਰੀਰ ਨੂੰ ਭੁੱਖ ਲੱਗੀ। ਜਦੋਂ ਭੁੱਖ ਲੱਗੀ ਫਿਰ ਮੂੰਹ ਦੇ ਵਿੱਚ ਗਰਾਹੀ ਪਾਉਣ ਦਾ ਚਿੱਤ ਕਰਦਾ ਵੀ ਮੈਂ ਰੋਟੀ ਖਾ ਲਵਾਂ। ਪਾਤਸ਼ਾਹ ਜੀ ਕਹਿੰਦੇ ਕੰਮ ਕਾਜ ਕਰਦਿਆਂ ਪਿਆਸ ਦੋਵੇਂ ਭੌਂਕੀਆਂ, ਭੌਂਕਣ ਲੱਗ ਪਈਆਂ। ਨਾਲੇ ਭੁੱਖ, ਪੇਟ ਕਹਿਣ ਲੱਗਾ ਵੀ ਮੈਨੂੰ ਭੁੱਖ ਲੱਗੀ ਹੈ, ਕੁਝ ਖਾ, ਤੇ ਨਾਲ ਪਿਆਸ ਲੱਗੀ ਪਈ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਭਾਵ ਅੰਦਰੋਂ ਇਹ ਆਵਾਜ਼ ਦੇਣ ਲੱਗ ਜਾਂਦੀਆਂ ਹਨ, ਖਾਦਾ ਹੋਆ ਸੁਆਹ, ਭੀ ਖਾਣੇ ਸਿਓ ਦੋਸਤੀ। ਮਹਾਰਾਜ ਜੀ ਕਹਿੰਦਾ ਜਿਹੜੇ ਪਹਿਲਾ ਪੈਰ ਛਕਿਆ ਸੀ ਨਾ, ਦਿਨ ਦੇ ਪਹਿਲੇ ਪੈਰ ਪ੍ਰਸ਼ਾਦਾ ਛਕਿਆ ਸੀ, ਉਹ ਪੇਟ ਦੇ ਅੰਦਰ ਜਾ ਕਰਕੇ ਹਜਮ ਹੋ ਗਿਆ, ਸੁਆਹ ਬਣ ਗਿਆ, ਵਿਸ਼ਟਾ ਬਣ ਗਿਆ। ਮਹਾਰਾਜ ਜੀ ਫਰਮਾਨ ਕਰਦੇ, ਭੀ ਖਾਣੇ ਸਿਓ ਦੋਸਤੀ। ਦੁਪਹਿਰੇ ਫਿਰ ਖਾਣੇ ਨਾਲ ਦੋਸਤੀ ਕਰਨ ਵਾਸਤੇ ਭੁੱਖ ਤਿੱਖਾ ਭੌਂਕਣ ਲੱਗ ਪਈਆਂ ਵੀ ਆਹ ਹੁਣ ਦੁਪਹਿਰ ਦਾ ਵਕਤ ਹੋ ਗਿਆ, ਫਿਰ ਖਾਣਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਫਿਰ ਜਦੋਂ ਇਹ ਖਾਧਾ ਪਿਛਲਾ ਰਾਤਰੀ ਦਾ ਖਾਣਾ, ਫਿਰ ਇਹਨਾਂ ਦੁਪਹਿਰ ਵਾਲਾ ਖਾਧਾ ਜਾ ਕੇ ਫਿਰ ਸੁਆਹ ਹੋ ਗਿਆ ਪੇਟ ਦੇ ਵਿੱਚ, ਫਿਰ ਹਜਮ ਹੋ ਗਿਆ, ਵਿਸ਼ਟਾ ਬਣ ਗਈ। ਮਹਾਰਾਜ ਜੀ ਫਰਮਾਨ ਕਰਦੇ ਹਨ, ਫਿਰ ਰਾਤਰੀ ਆਈ। ਜਦੋਂ ਰਾਤਰੀ ਆਈ, ਕਹਿਣ ਲੱਗਾ ਵੀ ਹੁਣ ਰਾਤਰੀ ਆ, ਹੁਣ ਪੇਟ ਭਰ ਕੇ ਖਾਵਾਂਗੇ, ਸੌਣਾ ਹੀ ਆ। ਮਹਾਰਾਜ ਜੀ ਕਹਿੰਦੇ ਫਿਰ ਜਦੋਂ ਪੇਟ ਭਰ ਕੇ ਖਾਧਾ, ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਚੌਥਾ ਆਈ ਊਂਗ, ਅੱਖੀ ਮੀਟ ਪਵਾਰ ਗਿਆ। ਹੁਣ ਜਦੋਂ ਰਾਤਰੀ ਦਾ ਸਮਾਂ ਆਇਆ, ਭੋਜਨ ਪੇਟ ਭਰ ਕੇ ਛਕ ਲਿਆ। ਮਹਾਰਾਜ ਜੀ ਕਹਿੰਦੇ ਉਹਦੇ ਨਾਲ ਜਿਹੜੀ ਊਂਗ ਆ ਗਈ, ਨੀਂਦ ਆ ਗਈ। ਜਦੋਂ ਨੀਂਦ ਆਈ, ਅੱਖਾਂ ਮੀਚੀਆਂ, ਮਹਾਰਾਜ ਜੀ ਕਹਿੰਦੇ ਪਵਾਰ ਗਿਆ। ਪਵਾਰ ਦਾ ਮਤਲਬ ਇਸ ਤਰ੍ਹਾਂ ਹੋ ਗਿਆ ਜਿਵੇਂ ਪਰਲੋਕ ਗਮਨ ਕਰ ਗਿਆ, ਭਾਵ ਮਰ ਗਿਆ ਹੁੰਦਾ। ਇੰਨੀ ਗੂੜੀ ਨੀਂਦ ਆਈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਦੋਂ ਇਸ ਤਰ੍ਹਾਂ ਹੁਣ ਪਹਿਲਾਂ ਦਿਨ ਹੈ ਜਿਹੜਾ ਉਹ ਕੰਮ ਕਰਦਿਆਂ ਦੇ ਵਿੱਚ ਲੰਘ ਗਿਆ, ਖਾਂਦਿਆਂ ਦੇ ਵਿੱਚ ਲੰਘ ਗਿਆ। ਮਹਾਰਾਜ ਜੀ ਕਹਿੰਦੇ ਜਿਹੜੀ ਹੁਣ ਰਾਤਰੀ ਆਈ ਨਾ, ਉਹ ਫਿਰ ਸੌਂ ਕੇ ਲੰਘ ਗਈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਹ ਜਿਹੜੀ ਰਾਤਰੀ ਹੈ, ਰਾਤਰੀ ਨੂੰ ਸੌਂ ਕੇ ਲੰਘਾ ਲਿਆ ਤੇ ਦਿਨ ਖਾਂਦਿਆਂ ਖਾਂਦਿਆਂ ਲੰਘਾ ਲਿਆ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਅਗਲਾ ਦਿਨ ਫਿਰ ਚੜਿਆ। ਮਹਾਰਾਜ ਜੀ ਕਹਿੰਦੇ ਜਦੋਂ ਦਿਨ ਚੜਿਆ, ਭੀ ਉਠ ਰਚਿਓਨ ਬਾਦ, ਸਹਿ ਵਰਿਆ ਕੀ ਪਿੜ ਵੱਧੀ। ਮਹਾਰਾਜ ਜੀ ਕਹਿੰਦੇ ਫਿਰ ਦਿਨ ਚੜਿਆ,
ਦਿਨ ਚੜ੍ਹਨ ਦੇ ਨਾਲ ਫੇਰ ਬਾਦ ਰਚ ਲਿਆ। ਭਾਵ ਜਿਹੜੇ ਰਾਤਰੀ ਕੰਮ ਪਏ ਸੀ ਉਹਨਾਂ ਦੇ ਪਿੱਛੇ ਫੇਰ ਕਲੇਸ਼ ਹੋਣ ਲੱਗ ਗਿਆ ਵੀ ਕੰਮ ਕੱਲ ਪੂਰਾ ਨਹੀਂ ਕਰਿਆ ਤੇ ਆ ਵਿਚਾਲੇ ਪਿਆ, ਹੁਣ ਉੱਠ ਤੂੰ ਕੰਮ ਛੇਤੀ ਪੂਰਾ ਕਰ। ਮਹਾਰਾਜ ਜੀ ਕਹਿੰਦੇ ਭੀ ਉੱਠ ਰਚਿਓ ਨੂੰ ਬਾਅਦ ਫਿਰ ਕੰਮ ਧੰਦਿਆਂ ਵਾਸਤੇ ਲੜਾਈਆਂ ਝਗੜੇ ਹੋਣ ਲੱਗੇ, ਤੂੰ ਪੂਰਾ ਨਹੀਂ ਕਰਿਆ, ਕੰਮ ਖਰਾਬ ਹੋਇਆ ਪਿਆ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਪਰ ਇਹਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਇੱਕ ਹੋਰ ਕਰਦੇ ਹਨ, 100 ਵਰਿਆਂ ਕੀ ਪਿੜ ਵੱਧੀ 100 ਵਰਿਆਂ ਦੀ। ਭਾਵ ਜਿਹੜਾ ਇਹਨੂੰ ਇਹ ਨਹੀਂ ਪਤਾ ਵੀ ਮੇਰੀ ਮੌਤ ਹੈ, ਮੈਂ ਮਰ ਜਾਣਾ, ਪਰ ਇਹਨੇ ਆਪਣੇ ਜਿਉਣ ਦੀ 100 ਸਾਲ ਦੀ ਜਿਹੜੀ ਪਿੜ ਵੱਧ ਲਈ, ਆਸ ਰੱਖ ਲਈ ਕਿ ਮੈਂ ਤਾਂ 100 ਸਾਲ ਜਿਉਣਾ। ਮਹਾਰਾਜ ਜੀ ਕਹੇ ਤਾਈਓ ਇਹ ਭੱਜਿਆ ਹੀ ਫਿਰਦਾ ਹੈ, ਸਿਮਰਨ ਨਹੀਂ ਕਰਦਾ, ਰੱਬ ਦੇ ਨਾਮ ਨਾਲ ਨਹੀਂ ਜਪਦਾ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਭੇ ਵੇਲਾ ਬਖਤ ਸਭ ਜੇ ਅੱਠੀ ਭਾਉ ਹੋਏ। ਮਹਾਰਾਜ ਜੀ ਕਹਿੰਦੇ ਜੇ ਹੁਣ ਆਪਾਂ ਨੇ ਇਸ ਸੰਸਾਰ ਦੇ ਉੱਪਰ ਕੰਮ ਕਰਦਿਆਂ ਦਾ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਕਈਆਂ ਨੂੰ ਇਹ ਹੁੰਦਾ ਵੀ ਉਹਨਾਂ ਦੀ ਸਿਫਤਾਂ ਦੇ ਵਿੱਚ ਡਿਊਟੀ ਹੈ, ਕਈਆਂ ਦਾ ਕੰਮ ਹੀ ਇੰਨਾ ਕਰੜਾ ਹੁੰਦਾ, ਹਾਰਡ ਵਰਕ ਹੁੰਦਾ ਹੈ ਕਿ ਉਹਨਾਂ ਨੂੰ ਨੀਂਦ ਹੀ ਇੰਨੀ ਆਉਂਦੀ ਹੈ, ਦਿਨੇ ਰੈਸਟ ਨੂੰ ਟਾਈਮ ਨਹੀਂ ਮਿਲਦਾ ਤੇ ਸੁਬਾਹ ਉੱਠਿਆ ਨਹੀਂ ਜਾਂਦਾ। ਪਾਤਸ਼ਾਹ ਜੀ ਕਹਿੰਦੇ ਫੇਰ ਦੇਖ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਦੋ ਅਰਥ ਨੇ, ਇੱਕ ਤਾਂ ਇਹ ਅਰਥ ਹੈ ਜਿਹੜਾ ਰਾਤ ਦੀ ਸਮਾਪਤੀ ਦਾ, ਇਸ ਦਾ ਪਹਿਲਾ ਪਹਿਰ ਹੈ, ਮਹਾਰਾਜ ਜੀ ਕਹਿੰਦੇ ਇਹ ਅੰਮ੍ਰਿਤ ਵੇਲਾ। ਦੂਸਰਾ ਅੰਮ੍ਰਿਤ ਵੇਲਾ ਉਹ ਹੈ, ਮਹਾਰਾਜ ਜੀ ਫਰਮਾਨ ਸਭੇ ਵੇਲਾ ਵਕਤ ਸਭ ਜੇ ਅੱਠੀ ਭਾਉ ਹੋਏ। ਸਾਰੇ ਵਕਤਾਂ ਦੇ ਵਿੱਚ, ਸਾਰੇ ਵੇਲਿਆਂ ਦੇ ਵਿੱਚ ਹੀ ਅੰਮ੍ਰਿਤ ਵੇਲਾ ਹੈ, ਜਦੋਂ ਪ੍ਰਮਾਤਮਾ ਦਾ ਭਾਉ, ਪ੍ਰਮਾਤਮਾ ਦਾ ਭਾਉ ਚੇਤੇ ਆਉਂਦਾ ਤੇ ਭਾਉ ਚੇਤੇ ਆਉਣ ਦੇ ਨਾਲ ਸਿਮਰਨ ਦੇ ਵਿੱਚ, ਗੁਰਬਾਣੀ ਸਿਮਰਨ ਦੇ ਵਿੱਚ ਇੱਕ ਪੈ ਗਿਆ। ਮਹਾਰਾਜ ਜੀ ਕਹਿੰਦੇ ਜਦੋਂ ਤੂੰ ਨਿਤਨੇਮ ਕਰਦਾ, ਗੁਰਬਾਣੀ ਪੜ੍ਹਦਾ, ਉਦੋਂ ਵੀ ਅੰਮ੍ਰਿਤ ਵੇਲਾ ਹੀ ਮੰਨਿਆ ਜਾਵੇਗਾ। ਭਾਵ ਜਦੋਂ ਤੈਨੂੰ ਸਮਾਂ ਲੱਗਦਾ, ਸਭੇ ਵੇਲਾ ਵਕਤ ਸਭ। ਮਹਾਰਾਜ ਜੀ ਕਹਿੰਦੇ ਸਾਰੇ ਵੇਲਿਆਂ ਦੇ ਵਿੱਚ, ਸਾਰੇ ਵਕਤਾਂ ਦੇ ਵਿੱਚ ਜੇ ਅੱਠੀ ਭਾਉ ਹੋਏ, ਪ੍ਰਮਾਤਮਾ ਦਾ ਜਿਹੜਾ ਭਾਉ ਡਰ ਹੈ ਉਹ ਮਨ ਦੇ ਵਿੱਚ ਬਣਿਆ ਰਵੇ, ਮਹਾਰਾਜ ਜੀ ਕਹਿੰਦੇ ਉਹ ਵੀ ਅੰਮ੍ਰਿਤ ਵੇਲੇ ਦੇ ਬਰਾਬਰ ਹੋ ਜਾਊਗਾ। ਸਦਾ ਹਜੂਰ ਹਾਜ਼ਰ ਹੈ ਨਾਜ਼ਰ, ਕਤ ਹੈ ਨਾ ਭਇਓ ਦੁਰਾਈ। ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਸਦਾ ਹਾਜ਼ਰ ਨਾਜ਼ਰ ਹੈ ਤੇ ਉਹ ਕਦੇ ਵੀ ਦੂਰ ਨਹੀਂ ਹੁੰਦਾ। ਜਿਵੇਂ ਹੁਣ ਕਈ ਬੀਬੀਆਂ, ਕਈ ਬੰਦੇ ਸਵਾਲ ਕਰਦੇ ਨੇ ਜਿਨ੍ਹਾਂ ਨੂੰ ਗਲਤ ਕੋਈ ਜਾਣਕਾਰੀ ਦੇ ਦਿੰਦਾ ਹੈ, ਗਲਤ ਗਾਈਡੈਂਸ ਕਰ ਦਿੰਦਾ ਹੈ। ਉਹ ਕਹਿਣ ਲੱਗੇ ਵੀ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ 12 ਵਜੇ ਤੋਂ ਬਾਅਦ ਕਰਨਾ ਨਹੀਂ। ਕੋਈ ਕਹਿੰਦਾ ਸੁਖਮਨੀ ਸਾਹਿਬ ਦਾ ਪਾਠ 12 ਵਜੇ ਤੋਂ ਬਾਅਦ ਨਹੀਂ ਕਰਨਾ। ਤੇ ਦਾਸ ਨੇ ਕਈ ਵਾਰੀ ਜਦੋਂ ਐਸੇ ਸਵਾਲ ਆ ਜਾਂਦੇ ਨੇ ਤਾਂ ਉਦੋਂ ਉੱਤਰ ਦਿੱਤਾ ਵੀ ਸੁਖਮਨੀ ਸਾਹਿਬ ਦਾ ਪਾਠ ਹੈ ਜਿਹੜਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਵਿੱਚ ਤਾਂ ਰਾਤਰੀ ਨਹੀਂ ਆਉਂਦਾ, ਉਹ ਤਾਂ ਸ਼ਾਮ ਨੂੰ ਤਕਰੀਬਨ 6 ਵਜੇ 6:30 ਵਜੇ ਆਰੰਭ ਹੁੰਦਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਉਹਦਾ ਸਮਾਂ ਹੀ ਰਾਤਰੀ ਦਾ ਹੋ ਜਾਂਦਾ, ਸ਼ਾਮ ਦਾ ਹੋ ਜਾਂਦਾ, ਫਿਰ ਆਪਾਂ ਕਿਵੇਂ ਕਰਾਂਗੇ। ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਜਦੋਂ ਮਰਜ਼ੀ ਕਰ ਸਕਦੇ ਆ, ਸੁਖਮਨੀ ਸਾਹਿਬ ਦਾ ਪਾਠ ਜਦੋਂ ਮਰਜ਼ੀ ਕਰ ਸਕਦੇ ਆ, ਪਰ ਜਿਹੜੇ ਮਹਾਰਾਜ ਜੀ ਨੇ ਸਾਡੇ ਨਿਤਨੇਮ ਬੱਧੇ ਨੇ, ਅੰਮ੍ਰਿਤ ਵੇਲੇ ਦਾ ਨਿਤਨੇਮ ਉਹ ਅੰਮ੍ਰਿਤ ਵੇਲੇ ਹੀ ਕਰਨਾ। ਜੇ ਨਹੀਂ ਹੁੰਦਾ ਅੰਮ੍ਰਿਤ ਵੇਲੇ, ਕੋਈ ਕਾਰਨ ਹੈ, ਕੋਈ ਸਰੀਰ ਨੂੰ ਢਿੱਲ ਮੱਠ ਹੈ ਜਾਂ ਕੋਈ ਕੰਮ ਧੰਦਾ ਬਹੁਤ ਹੈ, ਤਾਂ ਜਦੋਂ ਸਮਾਂ ਮਿਲਿਆ ਉਦੋਂ ਕਰ ਲਓ। ਪਰ ਇਹ ਨਹੀਂ ਹੈਗਾ ਵੀ ਆਪਾਂ ਰੋਜ਼ ਹੀ ਕਹੀਏ ਵੀ ਮੈਂ ਰਹਿ ਰਾਸ ਤੜਕੇ ਪੜ੍ਹਨੀ ਆ ਤੇ ਅੰਮ੍ਰਿਤ ਵੇਲਾ ਆਥਣੇ ਕਰਨਾ, ਇਹ ਨਹੀਂ ਹੈ। ਜਿਵੇਂ ਹੁਣ ਅੰਮ੍ਰਿਤ ਵੇਲੇ ਦਾ ਜਿਹੜਾ ਨਿਤਨੇਮ ਹੈ ਉਹ ਸੁਬਾਹ ਦਾ 5 ਬਾਣੀਆਂ ਦਾ, ਸ਼ਾਮੀ ਦਾ ਜਿਹੜਾ ਨਿਤਨੇਮ ਹੈ ਉਹ ਰਹਿ ਰਾਸ ਦਾ ਹੈ। ਉਹ ਜਦੋਂ ਮਹਾਂਪੁਰਸ਼ ਦੱਸਦੇ ਹੁੰਦੇ ਸੀ ਵੀ ਸੂਰਜ ਛਿਪ ਜਾਵੇ ਤੇ ਉਹਦੀ ਲਾਲੀ ਰਹਿ ਜਾਵੇ, ਉਦੋਂ ਰਹਿ ਰਾਸ ਸੰਧਿਆ ਆਰੰਭ ਹੁੰਦੀ ਹੈ। ਸੰਧਿਆ ਦਾ ਮਤਲਬ ਹੈ ਦੋ ਚੀਜ਼ਾਂ ਦਾ ਜੋੜ, ਦਿਨ ਤੇ ਰਾਤ ਦਾ ਜੋੜ ਸੰਧਿਆ ਕਹਾਉਂਦਾ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਹ ਸਾਰੇ ਵੇਲਿਆਂ ਦੇ ਵਿੱਚ ਪ੍ਰਮਾਤਮਾ ਹਾਜ਼ਰ ਹੈ। ਜਿਹੜਾ ਸੰਧਿਆ ਹੈ ਉਦੋਂ ਰਹਿ ਰਾਸ ਦੇ ਪਾਠ ਦੀ ਹਦਾਇਤ ਕੀਤੀ ਹੈ ਸਿੱਖ ਨੂੰ, ਪਰ ਜੇ ਕਿਸੇ ਕਾਰਨਾਂ ਕਰਕੇ ਸੰਧਿਆ ਦੇ ਵਿੱਚ ਆਪਾਂ ਰੁੱਝੇ ਹਾਂ, ਕੋਈ ਸਫ਼ਰ 'ਚ ਆ ਜਾਂ ਕੋਈ ਐਸਾ ਸਮਾਂ ਵੀ ਆਪਣੇ ਕੋਲ ਨਹੀਂ ਗੁਟਕਾ ਪੋਥੀ ਦਾ ਪ੍ਰਬੰਧ ਬਣਿਆ, ਪਾਠ ਨਹੀਂ ਯਾਦ,
ਤਾਂ ਫਿਰ ਜਦੋਂ ਤੁਹਾਡਾ ਆਪਣਾ ਸਮਾਂ ਲੱਗੇ ਉਦੋਂ ਕਰ ਲਓ। ਮਹਾਰਾਜ ਜੀ ਇਹ ਨਹੀਂ ਕਹਿੰਦੇ ਮੈਂ ਤੈਨੂੰ ਜੁਰਮਾਨਾ ਲਾਉਂਗਾ, ਹੁਣ ਕਿਉਂ ਕਰਦਾ? ਨਹੀਂ, ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਸਭੇ ਵੇਲਾ ਵਕਤ ਸਭ ਜੇ ਅੱਠੀ ਭਾਉ ਹੋਏ। ਸਾਰੇ ਵੇਲਿਆਂ ਦੇ ਵਿੱਚ ਅੰਮ੍ਰਿਤ ਵੇਲਾ ਖੜਿਆ ਰਹਿੰਦਾ, ਖਿੜਿਆ ਰਹਿੰਦਾ ਹੈ। ਜੇ ਪ੍ਰਮਾਤਮਾ ਦਾ ਭਾਉ ਮਨ ਦੇ ਵਿੱਚ ਹੈ, ਨਾਨਕ ਸਾਹਿਬ ਮਨ ਵਸੈ, ਸੱਚਾ ਨਾਵਣ ਹੋਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਦਾ ਜਿਹੜਾ ਭਾਉ ਹੈ, ਉਹ ਪ੍ਰਮਾਤਮਾ ਮਨ ਦੇ ਵਿੱਚ, ਹਿਰਦੇ ਦੇ ਵਿੱਚ ਵਸ ਜਾਵੇ, ਉਹਨਾਂ ਦਾ ਸੱਚਾ ਨਾਵਣ, ਭਾਵ ਜਦੋਂ ਉਹ ਇਸ਼ਨਾਨ ਕਰਦੇ ਨੇ ਉਹਦਾ ਸੱਚਾ ਨਾਵਣ ਇਸ਼ਨਾਨ ਹੁੰਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਮਹੱਲਾ ਦੂਜਾ। ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਗੁਰਬਾਣੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਗ੍ਰੰਥ ਦਾ ਪ੍ਰਕਾਸ਼ਨ ਹੋਇਆ, ਉਦੋਂ ਮਹਾਰਾਜ ਜੀ ਨੇ ਇਸ ਸ਼ਬਦ ਦੇ ਨਾਲ ਰਲਦਾ ਮਿਲਦਾ ਇਹ ਸ਼ਬਦ ਪਾਇਆ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਸਈ ਪੂਰੇ ਸਾਹਾ ਜਿਨੀ ਪੂਰਾ ਪਾਇਆ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਉਹ ਪੂਰੇ ਸੱਚੇ ਹਨ, ਪੂਰਨ ਸਵਾਸਾਂ ਵਾਲੇ ਪੁਰਖ ਹਨ, ਤੇ ਉਹੀ ਪੂਰਨ ਸਾਹੂਕਾਰ ਪਾਤਸ਼ਾਹ ਹਨ, ਜਿਨ੍ਹਾਂ ਨੇ ਗੁਰਾਂ ਤੋਂ ਉਪਦੇਸ਼ ਲੈ ਕਰਕੇ ਅੰਮ੍ਰਿਤ ਨਾਮ ਨੂੰ ਪ੍ਰਾਪਤ ਕੀਤਾ ਹੈ। ਅੱਠੀ ਬੇਪਰਵਾਹ ਰਹਿਣ ਇਕਤੈ ਰੰਗ। ਮਹਾਰਾਜ ਜੀ ਫਰਮਾਨ ਕਰਦੇ ਹਨ, ਉਹ ਪ੍ਰੇਮੀ ਪ੍ਰਮਾਤਮਾ ਦੇ ਪਿਆਰੇ ਅੱਠੇ ਪਹਿਰ ਦੇ ਵਿੱਚ ਪ੍ਰਮਾਤਮਾ ਦੇ ਇੱਕੋ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ। ਦਰਸ਼ਨ ਰੂਪ ਅਥਾਹ ਬਿਰਲੇ ਪਾਈ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਅਥਾਹ ਤੋਂ ਰਹਿਤ ਬੇਅੰਤ ਰੂਪ ਸਰੂਪ ਪਰਮੇਸ਼ਰ ਦੇ ਦਰਸ਼ਨ ਦਿਦਾਰੇ ਨੂੰ ਕੋਈ ਬਿਰਲੇ ਹੀ ਪ੍ਰਾਪਤ ਕਰਦੇ ਹਨ। ਸਾਖਿਆਤਕਾਰ ਕਿਸੇ ਬਿਰਲੇ ਨੂੰ ਹੀ ਪ੍ਰਾਪਤ ਹੁੰਦੀ ਹੈ। ਕਰਮ ਪੂਰਾ ਗੁਰੂ ਪੂਰਾ ਜਾ ਕਾ ਬੋਲ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਨੇ ਪੂਰੇ ਨਿਸ਼ਕਾਮ ਕਰਨ ਕੀਤੇ ਹੋਣ, ਉਹਨਾਂ ਨੂੰ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਿਲਦੇ ਹਨ। ਜਿਸ ਗੁਰੂ ਦਾ ਬੋਲ ਬਚਨ ਵੀ ਪੂਰਾ, ਬਚਨ ਪੂਰਨ ਬ੍ਰਹਮ ਗਿਆਨ ਦੇਣ ਵਾਲਾ ਹੈ। ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੇਕਰ ਸਿੱਖ ਨੂੰ ਗੁਰੂ ਜੀ ਪੂਰਾ ਗਿਆਨ ਬਾਣ ਕਰ ਦੇਣ, ਫਿਰ ਬੁੱਧੀ ਰੂਪ ਤਰਾਜੂ ਵਿੱਚ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਤੋਲ ਵਿਚਾਰ ਕਰਕੇ ਦੇਖੀਏ ਤਾਂ ਘਟੇ ਕਦੇ ਵੀ ਘਟਦਾ ਨਹੀਂ ਹੈ। ਉਹ ਸਿੱਖ ਉਸ ਪਰਮੇਸ਼ਰ ਦੇ ਰੂਪ ਦਾ ਹੀ ਹੋ ਜਾਂਦਾ ਹੈ। ਪੌੜੀ। ਮਹਾਰਾਜ ਜੀ ਪੌੜੀ ਦੇ ਵਿੱਚ ਪ੍ਰਮਾਣ ਕਰਦੇ ਹਨ, ਜਾ ਤੂੰ ਤਾ ਕਿਆ ਹੋਰ ਮੈਂ ਸੱਚ ਸੁਣਾਈ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਇਹ ਮੇਰੇ ਵਾਹਿਗੁਰੂ, ਜੇਕਰ ਤੋਂ ਸਾਨੂੰ ਪ੍ਰਾਪਤ ਹੋ ਜਾਵੇ, ਫਿਰ ਸਾਨੂੰ ਕਿਆ ਕਿਸੇ ਹੋਰ ਪਦਾਰਥਾਂ ਦੀ ਲੋੜ ਨਹੀਂ ਹੈ। ਜੇਕਰ ਤੂੰ ਸਾਡੀ ਰੱਖਿਆ ਕਰਦਾ ਹੈ ਤਾਂ ਕਿਸੇ ਹੋਰ ਸਾਨੂੰ ਦੇਵੀ ਦੇਵਤੇ ਆਦਿਕ ਉਪਾਸਨਾ ਦੀ ਲੋੜ ਨਹੀਂ। ਅਸੀਂ ਸੱਚ ਸੁਣਾਈ ਹੈ, ਆਪ ਜੀ ਨੂੰ ਸੱਚ ਸੁਣਾ ਦਿੱਤਾ ਹੈ। ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਨ੍ਹਾਂ ਦੀ ਬਿਰਤੀ ਕਾਮ ਕ੍ਰੋਧ ਆਦਿ ਤੇ ਧੰਦਿਆਂ ਰੂਪੀ ਚੋਰਾਂ ਨੇ ਮੁੱਠੀ ਲੁੱਟ ਲਈ ਹੈ, ਉਹ ਪਰਮੇਸ਼ਰ ਦੇ ਮਹਿਲ ਰੂਪ ਸਰੂਪ ਨੂੰ ਨਹੀਂ ਪਾ ਸਕਦੇ। ਇਨ੍ਹਾਂ ਚਿੱਤ ਕਠੋਰ ਸੇਵ ਗਵਾਈ ਹੈ। ਇਸ ਕਾਮ ਕ੍ਰੋਧ ਆਦਿਕਾਂ ਨੇ ਜੀਵਾਂ ਦੇ ਚਿੱਤ ਕਠੋਰ ਕਰ ਦਿੱਤੇ, ਜਿਸ ਕਰਕੇ ਕੀਤੀ ਹੋਈ ਟਹਿਲ ਨੂੰ ਗਵਾ ਲਿਆ ਹੈ। ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਸ ਦੇ ਘਟ ਹਿਰਦੇ ਵਿੱਚ ਸੱਚਾ ਨਾਮ ਨਹੀਂ ਪਾਈਦਾ, ਉਹ ਭੰਨੇ ਅਤੇ ਘੜੇ ਜਾਂਦੇ ਹਨ, ਭਾਵ ਜੰਮਦੇ ਤੇ ਮਰਦੇ ਰਹਿੰਦੇ ਹਨ। ਕਿਉ ਕਰ ਪੂਰੈ ਵਟ ਤੋਲ ਤੁਲਾਈ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਿਉਂਕਿ ਕਿਸ ਪ੍ਰਕਾਰ ਬੁੱਧੀ ਰੂਪੀ ਤੱਕੜੀ ਤੇ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਨਾਲ ਆਪਣੇ ਸਰੂਪ ਦੀ ਵਿਚਾਰ ਰੂਪੀ ਤੋਲ ਵਿੱਚ ਤੁਲਾ ਸਕਦੇ ਹਨ, ਭਾਵ ਨਹੀਂ ਤੁਲ ਸਕਦੇ। ਕੋਈ ਨਾ ਆਖੈ ਘਟ ਹਉਮੈ ਜਾਈਐ। ਮਹਾਰਾਜ ਜੀ ਫਰਮਾਨ ਕਰਦੇ ਹਨ, ਜੇਕਰ ਹਿਰਦੇ ਵਿੱਚੋਂ ਹਉਮੈ ਹੰਗਤਾ ਚਲੀ ਜਾਵੇ ਤਾਂ ਉਹਨਾਂ ਨੂੰ ਕੋਈ ਵੀ ਘਟ ਆਖੇ ਕਹਿ ਸਕਦਾ ਹੈ। ਜੈਸਾ ਹੈ ਹਰਿ ਕਾ ਸੇਵਕ ਸੋ ਹਰਿ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਮਹਾਰਾਜ ਜੀ ਕਹਿੰਦੇ, ਉਹ ਫਿਰ ਜਿਹੜੇ ਰੱਬ ਦੇ ਪਿਆਰੇ ਨੇ, ਰੱਬ ਦਾ ਉਪਦੇਸ਼ ਕਮਾਉਣ ਵਾਲੇ, ਉਹ ਰੱਬ ਵਰਗੇ ਹੀ ਹੋ ਜਾਂਦੇ ਹਨ। ਲਈਅਨ ਖਰੇ ਪਰਖ ਦਰ ਵੀ ਨਾਈ ਹੈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਉਹ ਚੰਗੇ ਪੁਰਸ਼ ਪਰਖ ਲਏ ਜਾਂਦੇ ਹਨ,
ਉਹਨਾਂ ਨੂੰ ਵਾਹਿਗੁਰੂ ਦੇ ਦਰ ਉੱਤੇ ਪਹੁੰਚੇ ਵੀ ਨਾਈਏ ਦੇਖੀਂਦਾ ਹੈ। ਭਾਵ ਪਰਮਾਤਮਾ ਦੇ ਦਰ ਦੇ ਉੱਪਰ ਜਿਹੜੇ ਲਈਆਂ ਨੇ ਖਰੇ ਪਰਖ, ਰੱਬ ਨੇ ਖਰੇ ਪਰਖ ਲੈ ਵੀ ਇਹ ਖਰੇ ਨੇ। ਮਹਾਰਾਜ ਜੀ ਕਹਿੰਦੇ ਉਹ ਰੱਬ ਦੇ ਦਰ ਦੇ ਉੱਪਰ ਜਾ ਕਰਕੇ ਪ੍ਰਮਾਣ ਹੋ ਜਾਂਦੇ ਹਨ। ਸੌਦਾ ਇਕਤ ਹਟ ਪੂਰੈ ਗੁਰ ਪਾਈਐ। ਮਹਾਰਾਜ ਜੀ ਕਹਿੰਦੇ ਭਾਈ ਸਾਧ ਸੰਗਤ ਜੀਓ, ਇਹ ਗੁਰ ਸਿੱਖੋ, ਇਹ ਜਿਹੜਾ ਸਭ ਤੋਂ ਵਧੀਆ ਸੌਦਾ ਹੈ ਇਹ ਪੂਰੇ ਗੁਰੂ ਦੀ ਹੱਟੀ ਦੇ ਉੱਪਰੋਂ ਮਿਲਦਾ ਹੈ। ਤੇ ਇਸ ਹੱਟੀ ਤੋਂ ਹੀ ਬਾਕੀ ਜਿਹੜੀਆਂ ਹੱਟੀਆਂ ਨੇ ਉਹ ਤੋਂ ਪੂਰਾ ਸੌਦਾ ਤੇ ਖਰਾ ਸੌਦਾ ਨਹੀਂ ਮਿਲਦਾ। ਬੇਸ਼ੱਕ ਉਹ ਢੌਂਗ ਕਰਦੇ ਨੇ, ਪਰ ਪਾਤਸ਼ਾਹ ਜੀ ਕਹਿੰਦੇ ਹਨ ਗੁਰੂ ਦੀ ਹੱਟੀ ਤੋਂ ਪੂਰਾ ਸੌਦਾ ਮਿਲਦਾ, ਇਥੋਂ ਪ੍ਰਾਪਤ ਕਰਨਾ ਕਰੀਏ। ਸੋ ਇੱਥੇ ਜਿਹੜੀ 17ਵੇਂ ਸ਼ਲੋਕ ਦੀ ਸਮਾਪਤੀ ਹੈ ਤੇ ਨਾਲ ਹੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਮਾਂ ਵੀ ਸਮਾਪਤ ਹੋ ਗਿਆ ਹੈ। ਸੋ ਆਓ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ। ਕਥਾ ਕਰਦਿਆਂ ਕੋਲੋਂ, ਗੁਰਬਾਣੀ ਪੜ੍ਹਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਰਹਿ ਜਾਂਦੀਆਂ ਨੇ। ਪਾਤਸ਼ਾਹ ਜੀ ਤੇ ਆਪ ਸੰਗਤਾਂ ਬਖਸ਼ਣਯੋਗ ਹੋ। ਆਓ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ 1 ਮਿੰਟ ਵਾਸਤੇ ਆਪਾਂ ਵਾਹਿਗੁਰੂ ਸਿਮਰਨ ਦੀ ਹਾਜ਼ਰੀ ਭਰੀਏ, ਫਿਰ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ। ਵਾਹਿਗੁਰੂ ਵਾਹਿਗੁਰੂ। 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 ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਾਗਲ ਚੰਗਿਆਈਆ ਬੁਰਿਆਈਆ, ਵਾਚੈ ਧਰਮ ਕਰਮੀ ਆਪੋ ਆਪਣੀ, ਕੇ ਨੇੜੈ ਕੇ ਜਿਨੀ ਨਾਮ ਧਿਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਜਿਨੀ ਨਾਮ ਧਿਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ